ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ। ਆਪਣੀ ਜਮੈਕਾ ਯਾਤਰਾ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਜਸਟਿਨ ਟਰੂਡੋ ਕੰਜ਼ਰਵੇਟਿਵਾਂ ਨੇ ਯਾਤਰਾ ਦੇ ਖਰਚਿਆਂ ਦੀ ਜਾਂਚ ਦੀ ਕੀਤੀ ਮੰਗ। ਅਮਰੀਕਾ ਦੀ ਮਿਸਾਲ ਦੇ ਕੇ ਜੈਸ਼ੰਕਰ ਨੇ ਕੈਨੇਡਾ ਤੇ ਸਾਧੇ ਨਿਸ਼ਾਨੇ। ਜੈਸ਼ੰਕਰ ਨੇ ਦੋਵੇਂ ਮੁਲਕਾਂ ਕੈਨੇਡਾ ਤੇ ਅਮਰੀਕਾ 'ਚ ਦੱਸਿਆ ਵੱਡਾ ਫਰਕ। ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਦੋਵੇਂ ਦੇਸ਼ਾਂ ਦੇ ਸਬੰਧ ਸੁਧਰਨ ਦੀ ਉਮੀਦ। ਹਾਈ ਕਮਿਸ਼ਨਰ ਨੇ ਕਿਹਾ ਤਣਾਅ ਦੇ ਬਾਵਜੂਦ ਭਾਰਤ ਕੈਨੇਡਾ ਦੇ ਰਣਨੀਤਿਕ ਹਿੱਤ ਸਹੀ ਦਿਸ਼ਾ 'ਚ। ਅਤੇ ਸਰਵਿਸ ਓਨਟਾਰੀਓ ਟਿਕਾਣਿਆਂ ਨੂੰ ਬੰਦ ਕਰਨ ਦੀ ਤਿਆਰੀ। ਇਸ ਸੰਬੰਧੀ ਡਗ ਫੋਰਡ ਸਰਕਾਰ ਚੁੱਕ ਰਹੀ ਹੈ ਵੱਡੇ ਕਦਮ। ਤੇ ਹੁਣ ਖਬਰਾਂ ਵਿਸਥਾਰ ਨਾਲ। ਹਾਲ ਹੀ ਵਿੱਚ ਜਮਾਇਕਾ ਵਿੱਚ ਛੁੱਟੀਆਂ ਬਿਤਾ ਕੇ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਯਾਤਰਾ ਨੂੰ ਲੈ ਕੇ ਵਿਵਾਦਾਂ ਵਿੱਚ ਨੇ। ਹੁਣ ਫੈਡਰਲ ਕੰਜ਼ਰਵੇਟਿਵਾਂ ਨੇ ਕੈਨੇਡਾ ਦੇ ਨੈਤਿਕਤਾ ਕਮਿਸ਼ਨਰ ਨੂੰ ਟਰੂਡੋ ਦੀ ਹਾਲੀਆ ਜਮਾਇਕਾ ਯਾਤਰਾ ਦੀ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ। ਹਾਲਾਂਕਿ ਉਹਨਾਂ ਦੇ ਦਫ਼ਤਰ ਵੱਲੋਂ ਛੁੱਟੀਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ। ਆਪਣੇ ਪਰਿਵਾਰ ਦੀਆਂ ਕੈਰੇਬੀਅਨ ਛੁੱਟੀਆਂ ਦੇ ਖਰਚੇ ਬਾਰੇ ਪ੍ਰਧਾਨ ਮੰਤਰੀ ਦੇ ਬਦਲਦੇ ਬਿਰਤਾਂਤ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੰਜ਼ਰਵੇਟਿਵ ਨੈਤਿਕਤਾ ਦੇ ਆਲੋਚਕ ਮਾਈਕਲ ਬੈਰੇਟ ਨੇ ਅੰਤਰਿਮ ਨੈਤਿਕਤਾ ਕਮਿਸ਼ਨਰ ਕੌਨਰਾਡ ਵਾਨ ਫਿੰਕਨਸਟਾਈਨ ਨੂੰ ਪੱਤਰ ਲਿਖ ਕੇ ਜਵਾਬ ਦੀ ਮੰਗ ਕੀਤੀ ਹੈ। ਕੰਜ਼ਰਵੇਟਿਵ ਇਸ ਯਾਤਰਾ ਤੇ ਹੋਏ ਖਰਚੇ ਦੇ ਵੇਰਵੇ ਜਾਣਨਾ ਚਾਹੁੰਦੇ ਨੇ। ਪ੍ਰਧਾਨ ਮੰਤਰੀ ਦਫ਼ਤਰ ਨੇ ਸਪਸ਼ਟ ਕੀਤਾ ਕਿ ਟਰੂਡੋ ਅਤੇ ਉਹਨਾਂ ਦੇ ਪਰਿਵਾਰ ਨੇ ਜਮਾਇਕਾ ਵਿੱਚ ਆਪਣੀ ਹਾਲੀਆ ਛੁੱਟੀਆਂ ਲਈ ਕਿਸੇ ਤਰ੍ਹਾਂ ਦਾ ਕੋਈ ਭੁਗਤਾਨ ਨਹੀਂ ਕੀਤਾ ਹੈ। ਹਾਲਾਂਕਿ ਇਹ ਯਾਤਰਾ ਛੁੱਟੀਆਂ ਦੌਰਾਨ ਹੋਈ ਸੀ, ਪਰ ਸ਼ੁਰੂਆਤੀ ਤੌਰ ਤੇ ਇਹ ਦੱਸਿਆ ਗਿਆ ਸੀ ਕਿ ਟਰੂਡੋ ਪਰਿਵਾਰ ਆਪਣੀ ਨਿੱਜੀ ਯਾਤਰਾ ਦਾ ਖਰਚਾ ਅਦਾ ਕਰ ਰਿਹਾ ਹੈ। ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਰਕਾਰੀ ਨੀਤੀ ਹੈ ਕਿ ਪ੍ਰਧਾਨ ਮੰਤਰੀ ਸਰਕਾਰੀ ਜਹਾਜ਼ਾਂ ਤੇ ਯਾਤਰਾ ਕਰਦੇ ਨੇ, ਭਾਵੇਂ ਉਹ ਸਰਕਾਰੀ ਜਾਂ ਨਿੱਜੀ ਕਾਰੋਬਾਰ ਤੇ ਹੋਣ। ਉਦੋਂ ਕਿਹਾ ਗਿਆ ਸੀ ਕਿ ਰਵਾਨਗੀ ਤੋਂ ਪਹਿਲਾਂ ਫੈਡਰਲ ਐਥਿਕਸ ਕਮਿਸ਼ਨਰ ਨਾਲ ਸਲਾਹ ਕੀਤੀ ਗਈ ਹੈ, ਜਦੋਂ ਕਿ ਟਰੂਡੋ ਦੇ ਦਫ਼ਤਰ ਨੇ ਪ੍ਰਧਾਨ ਮੰਤਰੀ ਦੀ ਛੁੱਟੀ ਦੇ ਸਥਾਨ ਦੀ ਪੁਸ਼ਟੀ ਨਹੀਂ ਕੀਤੀ ਸੀ। ਦੱਸਿਆ ਗਿਆ ਹੈ ਕਿ ਪਰਿਵਾਰ ਇੱਕ ਨਿੱਜੀ ਮਾਲਕੀ ਵਾਲੇ ਵਿਲਾ ਵਿੱਚ ਠਹਿਰਿਆ ਸੀ, ਜਿਸ ਦਾ ਕਈ ਹਜ਼ਾਰ ਡਾਲਰ ਪ੍ਰਤੀ ਰਾਤ ਦਾ ਕਿਰਾਇਆ ਹੈ ਅਤੇ ਇਹ ਉਸ ਰਿਜ਼ੋਰਟ ਦਾ ਹਿੱਸਾ ਹੈ ਜੋ ਵਪਾਰੀ ਪੀਟਨ ਗ੍ਰੀਨ ਦੇ ਪਰਿਵਾਰ ਨਾਲ ਸੰਬੰਧਿਤ ਹੈ, ਜਿਸ ਦੇ ਟਰੂਡੋ ਪਰਿਵਾਰ ਨਾਲ ਦਹਾਕਿਆਂ ਪੁਰਾਣੇ ਸੰਬੰਧ ਨੇ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੈਨੇਡਾ ਅਮਰੀਕਾ ਦੇ ਸਬੰਧਾਂ 'ਚ ਤਣਾਅ ਤੇ ਵੱਡਾ ਬਿਆਨ ਦਿੱਤਾ ਹੈ। ਦੋਹਾਂ ਦੇਸ਼ਾਂ 'ਚ ਵੱਡਾ ਫਰਕ ਦੱਸਦਿਆਂ ਉਹਨਾਂ ਕਿਹਾ ਕਿ ਕੈਨੇਡਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ਤੇ ਅੱਤਵਾਦੀ ਅਤੇ ਕੱਟੜਪੰਥੀ ਗਤੀਵਿਧੀਆਂ ਨੂੰ ਜਾਇਜ਼ ਠਹਿਰਾਉਂਦਾ ਹੈ, ਜਦਕਿ ਅਮਰੀਕਾ ਅਜਿਹਾ ਨਹੀਂ ਕਰਦਾ। ਉਹਨਾਂ ਨੇ ਇਹ ਗੱਲ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਕਹੀ। ਦਰਅਸਲ ਪਿਛਲੇ ਸਾਲ ਨਵੰਬਰ 'ਚ ਅਮਰੀਕਾ 'ਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਇੱਕ ਭਾਰਤੀ ਨਾਗਰਿਕ ਤੇ ਲੱਗਾ ਸੀ। ਕੈਨੇਡਾ ਵੱਲੋਂ ਜੂਨ 'ਚ ਇੱਕ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤੀ ਖੂਫੀਆ ਏਜੰਸੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਕੁਝ ਮਹੀਨਿਆਂ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ। ਇਹ ਪੁੱਛੇ ਜਾਣ ਤੇ ਕਿ ਕੀ ਅਮਰੀਕਾ ਨੇ ਪੰਨੂ ਕਾਂਡ ਨੂੰ ਸੰਭਾਲਣ ਦੇ ਤਰੀਕੇ ਨਾਲ ਭਾਰਤ ਦੀ ਸਥਿਤੀ ਤੇ ਜ਼ਿਆਦਾ ਧਿਆਨ ਦਿੱਤਾ ਸੀ। ਜੈਸ਼ੰਕਰ ਨੇ ਕਿਹਾ, ਸਭ ਤੋਂ ਪਹਿਲਾਂ ਜਦੋਂ ਅਮਰੀਕੀਆਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਕੋਲ ਇੱਕ ਮੁੱਦਾ ਹੈ, ਤਾਂ ਹੁਣ ਸਿਰਫ ਅਦਾਲਤ ਹੀ ਇਹ ਫੈਸਲਾ ਕਰ ਸਕਦੀ ਹੈ ਕਿ ਉਹਨਾਂ ਦਾ ਵਿਸ਼ਵਾਸ ਜਾਇਜ਼ ਹੈ ਜਾਂ ਨਹੀਂ। ਉਹ ਸਾਡੇ ਕੋਲ ਆਏ ਅਤੇ ਕਿਹਾ, ਦੇਖੋ ਸਾਡੀਆਂ ਇਹ ਚਿੰਤਾਵਾਂ ਨੇ ਅਤੇ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਤੁਸੀਂ ਇਹ ਪਤਾ ਕਰੋ ਕਿ ਕੀ ਹੋ ਰਿਹਾ ਹੈ, ਜਦੋਂ ਕਿ ਕੈਨੇਡੀਅਨਾਂ ਨੇ ਅਜਿਹਾ ਨਹੀਂ ਕੀਤਾ। ਅਮਰੀਕਾ ਤੇ ਕੈਨੇਡਾ ਵਿਚਾਲੇ ਫਰਕ ਦੱਸਦਿਆਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਕੈਨੇਡਾ ਨਾਲੋਂ ਆਜ਼ਾਦੀ ਦੀ ਦੁਰਵਰਤੋਂ ਤੇ ਮਜ਼ਬੂਤ ਸਥਿਤੀ ਰੱਖਦਾ ਹੈ। ਉਹਨਾਂ ਕਿਹਾ, ਦੂਜਾ ਅਮਰੀਕਾ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ਤੇ ਇਹਨਾਂ ਵੱਖਵਾਦੀ ਅੱਤਵਾਦੀ ਕੱਟੜਪੰਥੀ ਗਤੀਵਿਧੀਆਂ ਨੂੰ ਜਾਇਜ਼ ਨਹੀਂ ਠਹਿਰਾਉਂਦਾ। ਅਸੀਂ ਕੈਨੇਡਾ ਦੇ ਮੁਕਾਬਲੇ ਅਮਰੀਕਾ ਨੂੰ ਸੁਤੰਤਰਤਾ ਦੀ ਦੁਰਵਰਤੋਂ ਤੇ ਕਿਤੇ ਵੱਧ ਸਖਤ ਰੁਖ ਅਪਣਾਉਂਦਿਆਂ ਦੇਖਿਆ ਹੈ। ਕੈਨੇਡਾ ਨੇ ਵੀ ਕਈ ਵਾਰ ਸਾਡੀ ਸਿਆਸਤ 'ਚ ਖੁੱਲ੍ਹ ਕੇ ਦਖਲਅੰਦਾਜ਼ੀ ਕੀਤੀ ਹੈ। ਪੰਜਾਬ ਦੀਆਂ ਘਟਨਾਵਾਂ ਸਾਨੂੰ ਸਭ ਨੂੰ ਯਾਦ ਨੇ। ਮੈਨੂੰ ਲੱਗਦਾ ਹੈ ਕਿ ਦੁਨੀਆ 'ਚ ਇਕੱਲੇ ਪ੍ਰਧਾਨ ਮੰਤਰੀ ਨੇ ਇਸ ਬਾਰੇ ਜਨਤਕ ਤੌਰ ਤੇ ਟਿੱਪਣੀ ਕੀਤੀ ਹੈ, ਉਹ ਕੈਨੇਡੀਅਨ ਪ੍ਰਧਾਨ ਮੰਤਰੀ ਸਨ। ਮੈਂ ਕਹਾਂਗਾ ਕਿ ਸਾਡੇ ਕੋਲ ਇੱਥੇ ਸੇਬ ਅਤੇ ਸੰਤਰੇ ਨੇ ਅਤੇ ਮੈਂ ਦੋਵਾਂ ਨੂੰ ਮਿਲਾਵਾਂਗਾ ਨਹੀਂ। ਜੈਸ਼ੰਕਰ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ 'ਚ ਆਈਆਂ ਨੇ ਜਦੋਂ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰੀ 'ਚ ਨਿੱਜਰ ਦੇ ਕਤਲ 'ਚ ਭਾਰਤ ਦੀ ਭੂਮਿਕਾ ਦਾ ਦੋਸ਼ ਲਗਾਇਆ ਸੀ ਅਤੇ ਇਸ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਦੀ ਦਲੀਲ ਹੈ ਕਿ ਕੈਨੇਡੀਅਨ ਰਾਜਨੀਤੀ ਨੇ ਸਿੱਖ ਵੱਖਵਾਦੀ ਤਾਕਤਾਂ ਨੂੰ ਥਾਂ ਦਿੱਤੀ ਹੈ ਅਤੇ ਉਹਨਾਂ ਨੂੰ ਦੁਵੱਲੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਨ ਦੀ ਇਜਾਜ਼ਤ ਦਿੱਤੀ ਹੈ। ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਵੀਰਵਾਰ ਨੂੰ ਕਿਹਾ ਕਿ ਹਾਲ ਹੀ ਦੇ ਤਣਾਅ ਦੇ ਬਾਵਜੂਦ ਭਾਰਤ ਅਤੇ ਕੈਨੇਡਾ ਦੇ ਰਣਨੀਤਿਕ ਹਿੱਤ ਸਹੀ ਰਸਤੇ ਤੇ ਨੇ ਅਤੇ ਉਹ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਨਿਰੰਤਰ ਵਾਧੇ ਤੋਂ ਉਤਸ਼ਾਹਿਤ ਨੇ। ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਤੇ ਭਾਰਤ ਕੈਨੇਡਾ ਵਪਾਰ ਦਾ ਵੇ ਫਾਰਵਰਡ ਵਿਸ਼ੇ ਤੇ ਬੋਲਦਿਆਂ ਉਹਨਾਂ ਆਖਿਆ ਕਿ ਨਿਵੇਸ਼ਕਾਂ ਦਾ ਸਾਲਾਨਾ ਇਕੱਠ ਸਾਡੇ ਕਾਰੋਬਾਰੀ ਪੱਧਰ ਤੇ ਅਤੇ ਲੋਕਾਂ ਵਿਚਾਲੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦਾ ਇੱਕ ਸ਼ਾਨਦਾਰ ਮੰਚ ਹੈ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ
ਭਾਰਤ ਦੀ ਸ਼ੱਕੀ ਭੂਮਿਕਾ ਦਾ ਦੋਸ਼ ਲਗਾਉਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਕੁਝ ਖਟਾਸ ਆ ਗਈ ਸੀ। ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਤੁਕਾ ਦੱਸਿਆ ਸੀ। ਮੈਕੇ ਨੇ ਕਿਹਾ, ਪਿਛਲੇ ਮਹੀਨਿਆਂ 'ਚ ਸਾਡੇ ਦੋਹਾਂ ਦੇਸ਼ਾਂ ਵਿਚਾਲੇ ਕੁਝ ਤਣਾਅ ਦਾ ਸਮਾਂ ਰਿਹਾ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ, ਪਰ ਮੈਂ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਲਈ ਇੱਥੇ ਅਤੇ ਵਿਦੇਸ਼ਾਂ 'ਚ ਮੌਜੂਦ ਵਪਾਰਕ ਭਾਈਚਾਰੇ ਦੀ ਅਗਵਾਈ ਅਤੇ ਦ੍ਰਿਸ਼ਟੀਕੋਣ ਤੋਂ ਉਤਸ਼ਾਹਿਤ ਹਾਂ, ਜੋ ਸਾਡੇ ਦੋਹਾਂ ਦੇਸ਼ਾਂ ਦੇ ਹਿੱਤ 'ਚ ਹੈ। ਉਹਨਾਂ ਅੱਗੇ ਆਖਿਆ ਕਿ ਵਪਾਰਕ ਸਬੰਧ ਦੋਹਾਂ ਦੇਸ਼ਾਂ ਦੀ ਰੁਜ਼ਗਾਰ ਸਿਰਜਣ, ਟੈਕਨੋਲੋਜੀ ਦੀ ਵੰਡ ਅਤੇ ਖੁਸ਼ਹਾਲੀ ਦਾ ਸਮਰਥਨ ਕਰਨਗੇ। ਹਾਈ ਕਮਿਸ਼ਨਰ ਨੇ ਆਖਿਆ, ਮੇਰੀ ਸਰਕਾਰ ਤੇ ਭਾਰਤ ਸਰਕਾਰ ਅਤੇ ਦੋਹਾਂ ਪਾਸਿਆਂ ਦੇ ਵਪਾਰਕ ਭਾਈਚਾਰੇ ਨੂੰ ਮੇਰੀ ਸਲਾਹ ਹੈ ਕਿ ਸਰਕਾਰਾਂ ਜੋ ਕਰ ਰਹੀਆਂ ਨੇ ਉਹਨਾਂ ਨੂੰ ਕਰਨ ਦਿਓ, ਸਰਕਾਰਾਂ ਨੂੰ ਕੂਟਨੀਤੀ ਕਰਨ ਦਿਓ, ਪਰ ਹਰ ਕੋਈ ਜਾਣਦਾ ਹੈ ਕਿ ਲੰਬੇ ਸਮੇਂ 'ਚ ਕੈਨੇਡਾ ਦੇ ਰਣਨੀਤਿਕ ਹਿੱਤ ਅਤੇ ਭਾਰਤ ਦੇ ਰਣਨੀਤਿਕ ਹਿੱਤ ਇੱਕਸਾਰ ਨੇ। ਮੈਕੇ ਨੇ ਕਿਹਾ ਕਿ ਕੂਟਨੀਤਿਕ ਵਿਵਾਦ ਨਾਲ ਦੋਵਾਂ ਦੇਸ਼ਾਂ ਦੇ ਵਪਾਰਕ ਸੰਬੰਧ ਪ੍ਰਭਾਵਿਤ ਨਹੀਂ ਹੋਏ ਨੇ। ਡਗ ਫੋਰਡ ਸਰਕਾਰ ਕੁਝ ਸਰਵਿਸ ਓਨਟਾਰੀਓ ਟਿਕਾਣਿਆਂ ਨੂੰ ਬੰਦ ਕਰ ਰਹੀ ਹੈ। ਦਸੰਬਰ 'ਚ ਸੂਬੇ ਨੇ ਖੁਲਾਸਾ ਕੀਤਾ ਕਿ ਉਹ 2024 ਤੋਂ ਸ਼ੁਰੂ ਹੋਣ ਵਾਲੇ ਸਟੈਪਲਸ ਕੈਨੇਡਾ ਸਟੋਰਾਂ ਦੇ ਅੰਦਰ ਸਰਵਿਸ ਓਨਟਾਰੀਓ ਕੇਂਦਰਾਂ ਨੂੰ ਉਤਸ਼ਾਹਿਤ ਕਰੇਗਾ, ਤਾਂ ਜੋ ਓਨਟਾਰੀਓ ਵਾਸੀਆਂ ਲਈ ਇਹਨਾਂ ਸੇਵਾਵਾਂ ਤੱਕ ਪਹੁੰਚ ਕਰਨਾ ਆਸਾਨ ਬਣਾਇਆ ਜਾ ਸਕੇ, ਜਿਵੇਂ ਕਿ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਨਾ। ਪਰ ਸੂਬਾ ਇਹ ਦੱਸਣ 'ਚ ਅਸਫਲ ਰਿਹਾ ਹੈ ਕਿ ਇਹ ਕਿੰਨੇ ਕੇਂਦਰਾਂ ਨੂੰ ਅਤੇ ਕਦੋਂ ਬੰਦ ਕਰੇਗਾ। ਮੰਤਰਾਲੇ ਦੇ ਪ੍ਰੈਸ ਸਕੱਤਰ ਡਗ ਅਲਿੰਗਮ ਨੇ ਕਿਹਾ, ਜਦੋਂ ਸਾਡੀ ਸਰਕਾਰ ਨੇ ਪਾਇਲਟ ਪ੍ਰੋਜੈਕਟ ਬਾਰੇ ਪ੍ਰਚੂਨ ਭਾਈਵਾਲਾਂ ਨਾਲ ਲੰਮੀ ਗੱਲਬਾਤ ਕੀਤੀ ਸੀ ਤਾਂ ਕਈ ਕਾਰਕਾਂ ਤੇ ਵਿਚਾਰ ਕੀਤਾ ਗਿਆ ਸੀ, ਜਿਸ 'ਚ ਸਟੋਰ ਦਾ ਆਕਾਰ, ਪਾਰਕਿੰਗ ਦੀ ਉਪਲਬਧਤਾ, ਓਨਟਾਰੀਓ 'ਚ ਸਥਾਨਾਂ ਦੀ ਗਿਣਤੀ ਤੇ ਹਿੱਸਾ ਲੈਣ ਦੀ ਇੱਛਾ ਸ਼ਾਮਿਲ ਸੀ। ਪਬਲਿਕ ਤੇ ਬਿਜ਼ਨਸ ਸਰਵਿਸ ਡਿਲੀਵਰੀ ਨੇ ਇੱਕ ਈਮੇਲ ਬਿਆਨ 'ਚ ਸੀਟੀਵੀ ਨਿਊਜ਼ ਟੋਰਾਂਟੋ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਅਨੁਸਾਰ ਸਟੈਪਲਸ ਕੈਨੇਡਾ ਦੀ ਚੋਣ ਇਸ ਲਈ ਕੀਤੀ ਗਈ ਸੀ ਕਿਉਂਕਿ ਸਾਰੇ ਸਟੋਰ ਸਥਾਨ ਸੂਬੇ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਨੇ, ਜਿਸ ਨਾਲ ਗਾਹਕਾਂ ਨੂੰ ਮੌਜੂਦਾ ਸੇਵਾ ਐਕਸੈਸ ਘੰਟਿਆਂ 'ਚ 30% ਸੁਧਾਰ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਸਾਰੇ ਬੰਦ ਸਰਵਿਸ ਓਨਟਾਰੀਓ ਟਿਕਾਣਿਆਂ ਲਈ ਚੁਣੇ ਗਏ ਸਟੈਪਲਸ ਕੈਨੇਡਾ ਸਟੋਰਾਂ 'ਚ ਇੱਕ ਨਵਾਂ ਟਿਕਾਣਾ ਪੌਪ-ਅਪ ਹੋਵੇਗਾ, ਜਿੱਥੇ ਸੇਵਾ ਨਿਰਵਿਘਨ ਰਹੇਗੀ। ਸੂਬੇ ਨੇ ਖੁਲਾਸਾ ਨਹੀਂ ਕੀਤਾ ਹੈ ਕਿ ਕਿੰਨੇ ਸਰਵਿਸ ਓਨਟਾਰੀਓ ਟਿਕਾਣੇ ਬੰਦ ਕੀਤੇ ਜਾਣਗੇ ਜਾਂ ਉਹ ਕਦੋਂ ਬੰਦ ਹੋਣਗੇ। ਮੰਤਰਾਲੇ ਨੇ ਕਿਹਾ ਕਿ ਪ੍ਰਭਾਵਿਤ ਪ੍ਰਾਈਵੇਟ ਸੇਵਾ ਪ੍ਰਦਾਤਾਵਾਂ ਲਈ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਟੈਪਲਸ ਕੈਨੇਡਾ ਨਾਲ ਕੰਮ ਕਰਨਾ ਜਾਰੀ ਰੱਖਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਦੌਰਾਨ ਛੋਟੇ ਕਾਰੋਬਾਰ ਸਰਵਿਸ ਓਨਟਾਰੀਓ ਦੇ ਵਿਅਕਤੀਗਤ ਨੈਟਵਰਕ ਦੇ ਨਾਲ ਰਹਿਣਗੇ। ਭਾਰਤੀ ਮੂਲ ਦੇ 35 ਸਾਲਾ ਵਪਾਰਕ ਟਰੱਕ ਡਰਾਈਵਰ ਨੂੰ ਕੈਨੇਡਾ ਵਿੱਚ ਲਗਭਗ $6.5 ਮਿਲੀਅਨ ਦੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਅਧਿਕਾਰੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਚਾਰਜ ਸ਼ੀਟ ਕੀਤਾ ਗਿਆ ਹੈ। ਸੁਖਵਿੰਦਰ ਤੰਜੂ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਪਿਛਲੇ ਸਾਲ 26 ਸਤੰਬਰ ਨੂੰ ਓਨਟਾਰੀਓ ਸੂਬੇ ਦੇ ਨਿਆਗਰਾ ਔਨ ਦੀ ਲੇਕ 'ਚ ਕੁਇਨਸਟਨ ਲੈਵਿਸਟਨ ਬ੍ਰਿਜ ਬੰਦਰਗਾਹ ਤੇ ਮੁੱਢਲੇ ਨਿਰੀਖਣ ਬੂਥ ਤੇ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। RCMP ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਰਿਲੀਜ਼ ਵਿੱਚ ਕਿਹਾ ਕਿ ਡਰਾਈਵਰ ਨੂੰ ਉਸਦੇ ਟਰੱਕ ਅਤੇ ਟ੍ਰੇਲਰ ਦੀ ਸੈਕੰਡਰੀ ਜਾਂਚ ਲਈ ਰੈਫਰ ਕੀਤਾ ਗਿਆ ਸੀ। ਕਾਰਗੋ ਦੇ ਨਿਰੀਖਣ ਤੋਂ 202 ਇੱਟਾਂ ਦੇ ਆਕਾਰ ਦੀਆਂ ਵਸਤੂਆਂ ਮਿਲੀਆਂ, ਜਿਨ੍ਹਾਂ ਵਿੱਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਅਤੇ ਉਹਨਾਂ ਦਾ ਕੁੱਲ ਭਾਰ 233 ਕਿਲੋਗ੍ਰਾਮ ਸੀ। ਤੰਜੂ ਨੂੰ ਫਿਰ CBSA ਨੇ ਗ੍ਰਿਫਤਾਰ ਕੀਤਾ ਤੇ ਸ਼ੱਕੀ ਨਸ਼ੀਲੇ ਪਦਾਰਥਾਂ ਸਮੇਤ RCMP ਬਾਰਡਰ ਇੰਟੀਗ੍ਰਿਟੀ ਯੂਨਿਟ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪੂਰੀ ਜਾਂਚ ਤੋਂ ਬਾਅਦ RCMP ਨੇ ਪਿਛਲੇ ਸਾਲ 19 ਦਸੰਬਰ ਨੂੰ ਬਰੈਂਪਟਨ ਨਿਵਾਸੀ ਤੰਜੂ ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਕਰਨ ਦਾ ਦੋਸ਼ ਲਗਾਇਆ ਸੀ। RCMP ਬਾਰਡਰ ਇੰਟੀਗ੍ਰਿਟੀ ਪ੍ਰੋਗਰਾਮ ਦੇ ਇੰਚਾਰਜ ਸੁਪਰਿੰਟੈਂਡੈਂਟ ਰਾਏ ਬੋਲ ਸਟਰਲੀ ਨੇ ਕਿਹਾ, RCMP ਅਤੇ CBSA ਨੇ ਇੱਕ ਵਾਰ ਫਿਰ ਸਾਂਝੇ ਯਤਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਮਿਲ ਕੇ ਕੰਮ ਕਰਨ ਵਿੱਚ ਲਗਾਤਾਰ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਰਿਲੀਜ਼ ਅਨੁਸਾਰ ਤੰਜੂ ਨੂੰ ਸਖਤ ਸ਼ਰਤਾਂ ਨਾਲ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਓਨਟਾਰੀਓ ਦੇ ਸੈਂਟ ਕੈਥਰੀਨਜ਼ ਵਿਖੇ ਤੈਅ ਕੀਤੀ ਗਈ ਹੈ। ਪਿਛਲੇ ਮਹੀਨੇ ਓਨਟਾਰੀਓ ਵਿੱਚ ਅਧਿਕਾਰੀਆਂ ਵੱਲੋਂ 100 ਪੌਂਡ ਤੋਂ ਵੱਧ ਸ਼ੱਕੀ ਕੋਕੀਨ ਜ਼ਬਤ ਕਰਨ ਤੋਂ ਬਾਅਦ ਇੱਕ ਹੋਰ ਭਾਰਤੀ ਮੂਲ ਦੇ ਵਪਾਰਕ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ ਸੀ, ਜਿਸ ਦਾ ਨਾਮ ਮਨਪ੍ਰੀਤ ਸਿੰਘ ਔਰ ਉਮਰ 27 ਸਾਲ ਹੈ। ਉਸ ਨੂੰ RCMP ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਰਸਮੀ ਤੌਰ ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਸੀ। ਤੰਜੂ ਅਤੇ ਸਿੰਘ ਦੋਵੇਂ ਬਰੈਂਪਟਨ ਸ਼ਹਿਰ ਦੇ ਵਸਨੀਕ ਨੇ। ਦਸੰਬਰ 2023 ਵਿੱਚ ਇੱਕ ਬਜ਼ੁਰਗ ਸਿੱਖ ਟਰੱਕ ਡਰਾਈਵਰ ਖਿਲਾਫ ਇੱਕ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 15 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਭੱਜ ਗਿਆ ਸੀ। ਸਰੀ ਦੇ ਰਹਿਣ ਵਾਲੇ ਰਾਜਕੁਮਾਰ ਮੈਮੀ ਨੂੰ ਕੈਨੇਡਾ ਅਮਰੀਕਾ ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿੱਚ 80 ਕਿਲੋ ਕੋਕੀਨ ਦੀ ਤਸਕਰੀ ਕਰਨ ਲਈ ਪਿਛਲੇ ਸਾਲ ਨਵੰਬਰ ਵਿੱਚ ਸਜ਼ਾ ਸੁਣਾਈ ਗਈ ਸੀ। ਤੁਹਾਨੂੰ ਦੱਸ ਦਈਏ ਕਿ ਜਨਵਰੀ ਤੋਂ ਅਕਤੂਬਰ 31, 2023 ਤੱਕ ਦੱਖਣੀ ਓਨਟਾਰੀਓ ਖੇਤਰ ਵਿੱਚ CBSA ਨੇ ਕਥਿਤ ਤੌਰ ਤੇ 1300 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ।
ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੋਰਾਂਟੋ ਵਿੱਚ ਮਕਾਨ ਮਾਲਕਾਂ ਨੂੰ ਜਲਦੀ ਹੀ ਦੋਹਰੇ ਅੰਕਾਂ ਵਿੱਚ ਜਾਇਦਾਦ ਟੈਕਸ ਦੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਟੋਰਾਂਟੋ ਲਗਭਗ 1.8 ਬਿਲੀਅਨ ਡਾਲਰ ਆਪਰੇਟਿੰਗ ਬਜਟ ਦੀ ਘਾਟ ਨਾਲ ਜੂਝ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਦੇ ਸਟਾਫ ਨੇ ਮੇਅਰ ਓਲੀਵੀਆ ਚੋ ਦੇ ਕਾਰਜਕਾਲ ਦਾ ਪਹਿਲਾ ਪ੍ਰਸਤਾਵਿਤ ਬਜਟ ਜਾਰੀ ਕੀਤਾ, ਜਿਸ ਵਿੱਚ 10.5% ਪ੍ਰਾਪਰਟੀ ਟੈਕਸ ਵਾਧਾ ਸ਼ਾਮਿਲ ਹੈ, ਜੋ ਕਿ ਸ਼ਹਿਰ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਵੱਡੇ ਟੈਕਸ ਵਾਧੇ ਵਿੱਚੋਂ ਇੱਕ ਹੈ। 2024 ਦੇ ਪ੍ਰਸਤਾਵਿਤ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 9% ਦੇ ਵਾਧੇ ਦੇ ਨਾਲ-ਨਾਲ ਹੀ ਸਿਟੀ ਬਿਲਡਿੰਗ ਫੰਡ ਵਿੱਚ 1.5% ਦਾ ਵਾਧਾ ਸ਼ਾਮਿਲ ਹੈ। ਬਜਟ ਚੀਫ ਸ਼ੈਲੀ ਕੈਰੋਲ ਦੇ ਅਨੁਸਾਰ ਇਸ ਦਾ ਮਤਲਬ ਟੋਰਾਂਟੋ ਵਿੱਚ ਔਸਤ ਪਰਿਵਾਰ ਲਈ ਪ੍ਰਤੀ ਸਾਲ ਲਗਭਗ $360 ਦਾ ਵਾਧਾ ਹੋ ਸਕਦਾ ਹੈ। ਮੇਅਰ ਓਲੀਵੀਆ ਚੋ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸਾਡੀਆਂ ਸੜਕਾਂ ਟੁੱਟ ਰਹੀਆਂ ਨੇ ਅਤੇ ਸਾਡੇ ਜਨਤਕ ਆਵਾਜਾਈ ਨੂੰ ਗੰਭੀਰ ਸੁਧਾਰਾਂ ਦੀ ਲੋੜ ਹੈ। ਹਜ਼ਾਰਾਂ ਲੋਕ ਸ਼ੈਲਟਰਾਂ, ਪਾਰਕਾਂ ਤੇ ਸੜਕਾਂ ਤੇ ਸੋ ਰਹੇ ਨੇ। ਸ਼ਹਿਰ ਬੁਨਿਆਦੀ ਚੀਜ਼ਾਂ ਪ੍ਰਦਾਨ ਕਰਨ ਵਿੱਚ ਅਸਫਲ ਹੋ ਰਿਹਾ ਹੈ। ਸਾਨੂੰ ਸ਼ਹਿਰ ਨੂੰ ਮੁੜ ਲੀਹ ਤੇ ਲਿਆਉਣਾ ਪਵੇਗਾ ਅਤੇ ਸਾਨੂੰ ਟੁੱਟੀਆਂ ਚੀਜ਼ਾਂ ਅਤੇ ਵਿੱਤੀ ਗੜਬੜੀਆਂ ਨੂੰ ਠੀਕ ਕਰਨਾ ਪਵੇਗਾ। ਬਜਟ ਮੁਖੀ ਸ਼ੈਲੀ ਕੈਰੋਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੂਡੋ ਸਰਕਾਰ ਨੇ 26 ਜਨਵਰੀ ਤੱਕ ਸ਼ਹਿਰ ਨੂੰ ਰਿਹਾਇਸ਼, ਬੇਘਰਾਂ ਅਤੇ ਸ਼ਰਨਾਰਥੀਆਂ ਦੀ ਮਦਦ ਲਈ ਵਾਧੂ $250 ਮਿਲੀਅਨ ਨਹੀਂ ਦਿੱਤੇ ਤਾਂ ਇਹ ਵਾਧਾ 16.5% ਤੱਕ ਵੱਧ ਸਕਦਾ ਹੈ। ਇਹ ਇੱਕ ਚੁਣੌਤੀਪੂਰਨ ਵਿੱਤੀ ਸਾਲ ਹੋਣ ਵਾਲਾ ਹੈ। ਹਾਲਾਂਕਿ ਚਾਓ ਨੇ ਵਾਅਦਾ ਕੀਤਾ ਕਿ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਅਜੇ ਖਤਮ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਟੈਲੀਫੋਨ, ਟਾਊਨ ਹਾਲ ਅਤੇ ਹੋਰ ਸਲਾਹ ਮਸ਼ਵਰੇ ਅੰਤਿਮ ਬਜਟ ਨੂੰ ਪ੍ਰਭਾਵਿਤ ਕਰਨਗੇ। ਚਾਓ ਨੇ ਕਿਹਾ, ਇਹ ਸਟਾਫ ਬਜਟ ਹੈ, ਤੁਸੀਂ 1 ਫਰਵਰੀ ਨੂੰ ਮੇਰਾ ਬਜਟ ਦੇਖੋਗੇ। ਮੈਨੂੰ ਲੱਗਦਾ ਹੈ ਕਿ ਟੋਰਾਂਟੋ ਦੇ ਲੋਕਾਂ ਨੂੰ ਸੁਣਨਾ ਮਹੱਤਵਪੂਰਨ ਹੈ ਅਤੇ ਮੈਂ ਉਹਨਾਂ ਦੇ ਭਾਗ ਲੈਣ ਦੀ ਉਮੀਦ ਕਰਦੀ ਹਾਂ। ਫੋਰਡ ਸਰਕਾਰ ਵੱਲੋਂ ਟੋਰਾਂਟੋ ਨੂੰ ਸੌਂਪੀਆਂ ਗਈਆਂ ਮਜ਼ਬੂਤ ਮੇਅਰ ਸ਼ਕਤੀਆਂ ਚੋ ਨੂੰ ਟੋਰਾਂਟੋ ਦੇ ਬਜਟ ਦੀ ਯੋਜਨਾ ਬਣਾਉਣ ਅਤੇ ਲਿਖਣ ਦੇ ਯੋਗ ਬਣਾਉਂਦੀਆਂ ਨੇ। ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਕੌਂਸਲ ਦੇ ਮੁਖੀ ਕੋਲ ਆਪਣਾ ਬਜਟ ਪ੍ਰਸਤਾਵਿਤ ਕਰਨ ਲਈ 1 ਫਰਵਰੀ ਤੱਕ ਦਾ ਸਮਾਂ ਹੈ, ਜਿਸ ਨੂੰ ਬਾਅਦ ਵਿੱਚ ਕੌਂਸਲ ਨਾਲ ਸਾਂਝਾ ਕੀਤਾ ਜਾਵੇਗਾ। ਕਾਨੂੰਨ ਕੌਂਸਲ ਨੂੰ ਤਬਦੀਲੀਆਂ ਦਾ ਸੁਝਾਅ ਦੇਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨੂੰ ਮੇਅਰ ਵੀਟੋ ਕਰ ਸਕਦਾ ਹੈ। ਕੈਨੇਡਾ ਵਿਖੇ ਕਿਊਬਿਕ ਸੂਬੇ ਦੇ ਮੌਂਟਰੀਅਲ ਸ਼ਹਿਰ ਦੇ ਨਵੀਨਤਮ ਬਜਟ ਵਿੱਚ ਪੁਲਿਸ ਅਧਿਕਾਰੀਆਂ ਨੂੰ ਨਵੀਂ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸਹੂਲਤ ਵਿੱਚ ਉਹਨਾਂ ਨੂੰ ਬੋਡੀ ਕੈਮਰੇ ਦਿੱਤੇ ਜਾ ਰਹੇ ਨੇ। ਨਵੀਨਤਮ ਬਜਟ ਅਨੁਸਾਰ ਸਾਲਾਂ ਦੇ ਪਾਇਲਟ ਪ੍ਰੋਜੈਕਟਾਂ, ਰਿਪੋਰਟਾਂ, ਮਿਸ਼ਰਿਤ ਸੰਦੇਸ਼ਾਂ ਅਤੇ ਸਿਟੀ ਹਾਲ ਵਿੱਚ ਵਿਰੋਧੀ ਧਿਰ ਨਾਲ ਝੜਪਾਂ ਦੇ ਬਾਅਦ ਮੌਂਟਰੀਅਲ ਪੁਲਿਸ ਨੂੰ ਆਖਿਰਕਾਰ ਬੋਡੀ ਕੈਮਰੇ ਮਿਲਣਗੇ। 4 ਸਾਲ ਪਹਿਲਾਂ ਸਰਵਿਸ ਡੀ ਪੁਲਿਸ ਡੇ ਲਾਅ ਵਿਲੇ ਡੀ ਮੌਂਟਰੀਅਲ ਵੱਲੋਂ ਗੈਰ ਗੋਰੇ ਅਤੇ ਸਵਦੇਸ਼ੀ ਭਾਈਚਾਰਿਆਂ ਦੀ ਨਿਗਰਾਨੀ ਕਰਨ ਦੇ ਤਰੀਕੇ ਵਿੱਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਗਈ ਸੀ, ਤਾਂ ਮੌਂਟਰੀਅਲ ਦੇ ਮੇਅਰ ਵੈਲੇਰੀ ਪਲਾਂਟੇ ਨੇ ਫੈਸਲਾ ਕੀਤਾ ਸੀ ਕਿ ਸ਼ਹਿਰ ਇਹਨਾਂ ਯੋਜਨਾਵਾਂ ਨਾਲ ਅੱਗੇ ਨਹੀਂ ਵਧੇਗਾ ਕਿ ਆਪਣੇ ਅਫਸਰਾਂ ਨੂੰ ਬੋਡੀ ਕੈਮਰਿਆਂ ਨਾਲ ਲੈਸ ਕਰੇ। ਪਲਾਂਟੇ ਨੇ ਕਿਹਾ ਸੀ ਕਿ ਇਸ ਯੋਜਨਾ ਨਾਲ ਹਜ਼ਾਰਾਂ ਅਫਸਰਾਂ ਨੂੰ ਤਿਆਰ ਕਰਨ ਦੀ ਲਾਗਤ ਉਸ ਸਮੇਂ ਦੇ 5 ਸਾਲਾਂ ਵਿੱਚ $17.4 ਮਿਲੀਅਨ ਅਤੇ ਚਲਾਉਣ ਲਈ ਸਾਲਾਨਾ $24 ਮਿਲੀਅਨ ਹੋਣ ਦਾ ਅਨੁਮਾਨ ਸੀ, ਜੋ ਬਹੁਤ ਜ਼ਿਆਦਾ ਸੀ। ਉਸੇ ਸਾਲ 78 ਅਫਸਰਾਂ ਵੱਲੋਂ 1 ਸਾਲ ਲੰਬੇ ਮੁਕੱਦਮੇ ਤੋਂ ਬਾਅਦ SPVM ਨੇ ਸਿੱਟਾ ਕੱਢਿਆ ਕਿ ਬੋਡੀ ਕੈਮਰਿਆਂ ਦਾ ਦਖਲਅੰਦਾਜ਼ੀ ਤੇ ਬਹੁਤ ਘੱਟ ਪ੍ਰਭਾਵ ਪੈਂਦਾ ਹੈ। ਇਸ ਨਾਲ ਲੌਜਿਸਟਿਕਲ ਚੁਣੌਤੀਆਂ ਪੇਸ਼ ਆਉਂਦੀਆਂ ਨੇ ਅਤੇ ਜ਼ਿਆਦਾਤਰ ਅਫਸਰਾਂ ਨੂੰ ਅਜਿਹਾ ਮਹਿਸੂਸ ਕਰਨਾ ਪੈਂਦਾ ਹੈ ਜਿਵੇਂ ਉਹ ਨਿਗਰਾਨੀ ਅਧੀਨ ਨੇ। 2020 ਵਿੱਚ ਪਲਾਂਟੇ ਨੇ ਕੋਰਸ ਨੂੰ ਉਲਟਾ ਦਿੱਤਾ, ਪਰ ਕੋਈ ਸਮਾਂ ਰੇਖਾ ਪ੍ਰਦਾਨ ਨਹੀਂ ਕੀਤੀ। ਹੁਣ ਮੌਂਟਰੀਅਲ ਸ਼ਹਿਰ ਨੇ ਅਗਲੇ ਦਹਾਕੇ ਦੌਰਾਨ ਪੁਲਿਸ ਬੋਡੀ ਕੈਮਰੇ ਦੀ ਖਰੀਦ ਅਤੇ ਤੈਨਾਤੀ ਲਈ ਲੱਖਾਂ ਡਾਲਰ ਰੱਖੇ ਨੇ। 2024 ਮਿਊਨਿਸਪਲ ਬਜਟ ਦੇ ਹਿੱਸੇ ਵਜੋਂ $18.3 ਮਿਲੀਅਨ ਦੀ ਰਕਮ ਨਿਰਧਾਰਿਤ ਕੀਤੀ ਗਈ ਹੈ, ਜੋ ਦਖਲਅੰਦਾਜ਼ੀ ਦੀ ਪਾਰਦਰਸ਼ਤਾ ਨੂੰ ਵਧਾਉਣ ਅਤੇ ਜਨਤਾ ਨਾਲ ਭਰੋਸੇ ਦੇ ਬੰਧਨ ਨੂੰ ਮਜ਼ਬੂਤ ਕਰੇਗੀ। ਸ਼ਹਿਰ ਦੀ 10 ਸਾਲ ਯਾਨੀ 2024 ਤੋਂ 2033 ਯੋਜਨਾ ਵਿੱਚ ਕਿਹਾ ਗਿਆ ਹੈ ਕਿ ਰਾਸ਼ੀ ਦੀ ਵਰਤੋਂ ਅਧਿਕਾਰੀਆਂ ਨੂੰ 3000 ਕੈਮਰੇ ਹਾਸਲ ਕਰਨ ਅਤੇ ਵੰਡਣ ਅਤੇ ਵੀਡੀਓ ਰਿਕਾਰਡਿੰਗ ਪ੍ਰੋਸੈਸਿੰਗ ਸੈਂਟਰ ਬਣਾਉਣ ਲਈ ਕੀਤੀ ਜਾਵੇਗੀ। ਕੈਨੇਡਾ ਵਿੱਚ ਰਹਿ ਰਹੇ ਬਹੁਤ ਸਾਰੇ ਲੋਕ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰ ਰਹੇ ਨੇ, ਜਿਸ ਕਾਰਨ ਇਸ ਦੀ ਲਗਾਤਾਰ ਮੰਗ ਵੱਧ ਰਹੀ ਹੈ। ਈਵੀ ਸਮਰਥਕਾਂ ਦਾ ਕਹਿਣਾ ਹੈ ਕਿ ਮੰਗ ਵਧਣ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਕੈਨੇਡਾ ਵਿੱਚ ਹਰ ਸਾਲ ਰਿਕਾਰਡ ਤੋੜ ਰਹੀ ਹੈ। ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਹੋਰ ਵਾਹਨ ਹੈਗੇ ਨੇ, ਪਰ ਹੁਣ ਉਹ ਈਵੀ ਵਾਹਨਾਂ ਨੂੰ ਖਰੀਦਣ ਦੀ ਇੱਛਾ ਕਰ ਸਕਦੇ ਨੇ। ਇਸ ਸਬੰਧ ਵਿੱਚ ਇਲੈਕਟ੍ਰਿਕ ਟਰਾਂਸਪੋਰਟੇਸ਼ਨ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਵਾਲੇ ਰਾਸ਼ਟਰੀ ਉਦਯੋਗ ਸੰਘ ਇਲੈਕਟ੍ਰਿਕ ਮੋਬਿਲਿਟੀ ਕੈਨੇਡਾ ਦੇ ਨੀਤੀ ਨਿਰਦੇਸ਼ਕ ਲੂਇਸ ਲੈਵੇਸਕ ਨੇ ਕਿਹਾ, ਇਸ ਸਮੇਂ ਇੱਥੇ ਇਲੈਕਟ੍ਰਿਕ ਵਾਹਨਾਂ ਦੀ ਬਹੁਤ ਜ਼ਿਆਦਾ ਮੰਗ ਹੈ। ਆਉਣ ਵਾਲੇ ਸਮੇਂ ਵਿੱਚ ਇਸ ਮੰਗ ਦੀ ਦਿਲਚਸਪੀ ਹੋਰ ਵੱਧ ਰਹੀ ਹੈ। ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਵਾਤਾਵਰਣ ਮੰਤਰੀ ਸਟੀਵਨ ਗਿਲਬੋਰਟ ਵੱਲੋਂ ਪਿਛਲੇ ਮਹੀਨੇ ਫੈਡਰਲ ਸਰਕਾਰ ਦੇ ਇਲੈਕਟ੍ਰਿਕ ਵਾਹਨ ਵਿਕਰੀ ਆਦੇਸ਼ ਨਿਯਮਾਂ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਵਿੱਚ 2035 ਤੱਕ 100% ਜ਼ੀਰੋ ਐਮਿਸ਼ਨ ਵਾਹਨਾਂ ਦੀ ਵਿਕਰੀ ਦਾ ਰਾਸ਼ਟਰੀ ਟੀਚਾ ਹਾਸਲ ਹੈ। ਇਸ ਸਬੰਧ ਵਿੱਚ ਕਈ ਨਿਰੀਖਕਾਂ ਦਾ ਕਹਿਣਾ ਹੈ ਕਿ EVs ਦੀ ਮਾਰਕੀਟ ਅਤੇ ਮੰਗ ਵਧੇਰੇ ਸੂਖਮ ਹੈ। ਇਸ ਦੇ ਅੰਕੜੇ ਦਰਸਾਉਂਦੇ ਨੇ ਕਿ ਜ਼ਿਆਦਾਤਰ ਕੈਨੇਡੀਅਨ ਅਜੇ ਵੀ ਇਸ ਨੂੰ ਖਰੀਦਣ ਲਈ ਖਾਸ ਤੌਰ ਤੇ ਉਤਸੁਕ ਨਹੀਂ ਨੇ। ਅਮਰੀਕੀ ਸਰਕਾਰ ਨੇ ਇੱਕ ਖਾਲਿਸਤਾਨੀ ਕੱਟੜਪੰਥੀ ਦੇ ਕਤਲ ਦੀ ਅਸਫਲ ਸਾਜ਼ਿਸ਼ ਦੇ ਦੋਸ਼ ਵਿੱਚ ਚੈਕ ਗਣਰਾਜ ਦੀ ਜੇਲ੍ਹ ਵਿੱਚ ਬੰਦ
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਬਚਾਅ ਸਮੱਗਰੀ ਮੁਹੱਈਆ ਕਰਵਾਉਣ ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਨਿਖਿਲ ਗੁਪਤਾ ਤੇ ਲੱਗੇ ਦੋਸ਼ਾਂ ਦਾ ਵਿਸਤ੍ਰਿਤ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਨਿਊਯਾਰਕ ਅਦਾਲਤ ਵਿੱਚ ਪੇਸ਼ ਹੋਣ ਅਤੇ ਕੇਸ ਵਿੱਚ ਦੋਸ਼ ਆਇਦ ਹੋਣ ਤੋਂ ਬਾਅਦ ਹੀ ਜਾਣਕਾਰੀ ਪ੍ਰਦਾਨ ਕਰੇਗਾ। 52 ਸਾਲਾ ਗੁਪਤਾ ਤੇ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਅਮਰੀਕਾ ਦੀ ਧਰਤੀ ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਨਾਕਾਮ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਦੇ ਪਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਫਿਲਹਾਲ ਉੱਥੇ ਹੀ ਰੱਖਿਆ ਗਿਆ ਹੈ। ਅਮਰੀਕੀ ਸਰਕਾਰ ਉਸ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਕਰ ਰਹੀ ਹੈ। ਗੁਪਤਾ ਦੇ ਵਕੀਲਾਂ ਨੇ 4 ਜਨਵਰੀ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਮੋਸ਼ਨ ਦਾਇਰ ਕੀਤਾ, ਜਿਸ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਕਿ ਉਹ ਸੰਘੀ ਵਕੀਲਾਂ ਨੂੰ ਤਤਕਾਲ ਦੋਸ਼ਾਂ ਦੇ ਬਚਾਅ ਲਈ ਸੰਬੰਧਿਤ ਰੱਖਿਆ ਸਮੱਗਰੀ ਪ੍ਰਦਾਨ ਕਰਨ ਲਈ ਨਿਰਦੇਸ਼ ਦੇਣ। ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮੈਰੇਰੋ ਨੇ 8 ਜਨਵਰੀ ਨੂੰ ਗੁਪਤਾ ਦੇ ਵਕੀਲ ਦੁਆਰਾ ਦਾਇਰ ਮਤੇ ਦਾ ਜਵਾਬ ਦੇਣ ਲਈ ਸਰਕਾਰ ਨੂੰ 3 ਦਿਨਾਂ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਆਪਣੇ ਜਵਾਬ ਵਿੱਚ ਕਿਹਾ ਕਿ ਸਮੱਗਰੀ ਦੀ ਮੰਗ ਕਰਨ ਵਾਲੇ ਗੁਪਤਾ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕੀ ਅਟਾਰਨੀ ਡੈਮੀਅਨ ਵਿਲੀਅਮਸ ਨੇ ਸਰਕਾਰ ਦੀ ਤਰਫੋਂ ਜਵਾਬ ਦਿੰਦੇ ਹੋਏ ਕਿਹਾ ਕਿ ਗੁਪਤਾ ਕੋਲ ਇਸ ਸਮੇਂ ਅਜਿਹਾ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਨਿਊਯਾਰਕ ਵਿੱਚ ਗੁਪਤਾ ਦੇ ਵਕੀਲ ਜੈਫ ਚੈਬਰੋਵੇ ਨੇ ਆਪਣੇ ਮੋਸ਼ਨ ਵਿੱਚ ਕਿਹਾ ਕਿ ਹਵਾਲਗੀ ਦੀ ਕਾਰਵਾਈ ਵਿੱਚ ਪਰਾਗ ਵਿੱਚ ਗੁਪਤਾ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਕਿਹਾ ਕਿ ਅਮਰੀਕੀ ਦੋਸ਼ਾਂ ਤੋਂ ਇਲਾਵਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਜਾਂ ਦਸਤਾਵੇਜ਼ ਨਹੀਂ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਪਰਾਗ ਵਿੱਚ ਕਈ ਮੌਕਿਆਂ ਤੇ ਸੀਨੀਅਰ ਅਮਰੀਕੀ ਅਧਿਕਾਰੀਆਂ ਦੁਆਰਾ ਪੁੱਛਗਿੱਛ ਕੀਤੀ ਗਈ ਹੈ ਜੋ ਜਾਰੀ ਹੈ। ਪ੍ਰਸਤਾਵ ਵਿੱਚ ਕਿਹਾ ਗਿਆ ਹੈ ਪਰਾਗ ਵਿੱਚ ਮੌਜੂਦ ਬਚਾਅ ਪੱਖ ਦੇ ਵਕੀਲ ਕੋਲ ਸਿਰਫ ਦੋਸ਼ ਦੇ ਇਲਾਵਾ ਕੋਈ ਸਬੂਤ ਜਾਂ ਹੋਰ ਕੋਈ ਸਮੱਗਰੀ ਨਹੀਂ ਹੈ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਅਮਰੀਕੀ ਅਧਿਕਾਰੀਆਂ ਦੁਆਰਾ ਪ੍ਰਤੀਵਾਦੀ ਤੋਂ ਪੁੱਛ ਪੜਤਾਲ ਜਾਰੀ ਹੈ। ਇੱਥੇ ਉਸ ਦੇ ਬੇਖਬਰ ਵਕੀਲ ਕੋਲ ਉਸ ਦਾ ਬਚਾਅ ਕਰਨ ਦੀ ਕੋਈ ਯੋਗਤਾ ਜਾਂ ਅਧਿਕਾਰ ਨਹੀਂ ਹੈ। ਇਸ ਲਈ ਅਦਾਲਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਨੂੰ ਇੱਥੇ ਨਿਪਟਾਰਾ ਕਰਨ ਦੀ ਬੇਨਤੀ ਦੀ ਪਾਲਣਾ ਕਰਨ ਦਾ ਹੁਕਮ ਦੇਵੇ। ਗੁਪਤਾ ਦੇ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਪਰਾਗ ਵਿੱਚ ਇੱਕ ਮਿਊਨਿਸਪਲ ਅਦਾਲਤ ਨੇ ਸ਼ੁਰੂ ਵਿੱਚ ਹਵਾਲਗੀ ਦੀ ਸਿਫਾਰਿਸ਼ ਕੀਤੀ ਸੀ, ਪਰ ਅੰਤਿਮ ਹਵਾਲਗੀ ਆਦੇਸ਼ ਜਾਰੀ ਕੀਤੇ ਜਾਣ ਤੋਂ ਪਹਿਲਾਂ ਨਿਆਇਕ ਸਮੀਖਿਆ ਦੀ ਤੁਰੰਤ ਲੋੜ ਹੈ। ਹਾਲਾਂਕਿ ਸਰਕਾਰ ਨੇ ਆਪਣੇ ਪ੍ਰਸਤਾਵ ਵਿੱਚ ਗੁਪਤਾ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਉਹਨਾਂ ਦੇ ਵਕੀਲ ਦੀ ਮੌਜੂਦਗੀ ਤੋਂ ਬਿਨਾਂ ਉਹਨਾਂ ਤੋਂ ਬਾਰ-ਬਾਰ ਪੁੱਛਗਿੱਛ ਕੀਤੀ ਗਈ ਸੀ। ਭਾਰਤ ਨੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕਰਕੇ ਫਲਸਤੀਨ 'ਚ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਬਲਿੰਕਨ ਨੇ ਕਿਹਾ ਕਿ ਉਹਨਾਂ ਨੂੰ ਜੰਗ ਮਗਰੋਂ ਗਾਜ਼ਾ ਦੇ ਪੁਨਰ ਨਿਰਮਾਣ ਅਤੇ ਉੱਥੇ ਰਾਜ ਚਲਾਉਣ 'ਚ ਸਹਿਯੋਗ ਦੇਣ ਲਈ ਖਿੱਤੇ ਦੇ ਕਈ ਮੁਲਕਾਂ ਨੇ ਵਚਨ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਫਲਸਤੀਨ ਦਾ ਮੁੱਦਾ ਹੱਲ ਹੋ ਜਾਂਦਾ ਹੈ ਤਾਂ ਇਜ਼ਰਾਈਲ ਅਰਬ ਸਬੰਧ ਅਜੇ ਵੀ ਸੁਖਾਵੇਂ ਹੋਣ ਦੀ ਪੂਰੀ ਸੰਭਾਵਨਾ ਹੈ, ਪਰ ਇਸ 'ਚ ਸਭ ਤੋਂ ਵੱਡਾ ਅੜਿੱਕਾ ਖੁਦ ਇਜ਼ਰਾਈਲ ਹੈ, ਕਿਉਂਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠਲੀ ਸਰਕਾਰ ਫਲਸਤੀਨ ਰਾਜ ਦੇ ਗਠਨ ਦਾ ਤਿੱਖਾ ਵਿਰੋਧ ਕਰ ਰਹੀ ਹੈ। ਜੰਗ ਸ਼ੁਰੂ ਹੋਣ ਮਗਰੋਂ ਖਿੱਤੇ ਦੇ ਚੌਥੇ ਦੌਰੇ ਤੇ ਆਏ ਬਲਿੰਕਨ ਨੇ ਕਿਹਾ ਕਿ ਸਾਊਦੀ ਅਰਬ, ਜਾਰਡਨ, ਕਤਰ, UAE ਅਤੇ ਤੁਰਕੀ ਫਲਸਤੀਨ ਰਾਜ ਦੇ ਗਠਨ 'ਚ ਆਪਣਾ ਸਹਿਯੋਗ ਪਾਉਣ ਲਈ ਤਿਆਰ ਨੇ। ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਆਗੂਆਂ ਨਾਲ ਮੁਲਾਕਾਤ ਮਗਰੋਂ ਬਲਿੰਕਨ ਨੇ ਤਿੱਖਾ ਸੁਨੇਹਾ ਦਿੱਤਾ ਸੀ ਕਿ ਇਜ਼ਰਾਈਲ ਫਲਸਤੀਨੀਆਂ ਤੇ ਧੱਕੇ ਨਾਲ ਰਾਜ ਕਰਨ ਦੀ ਕੋਸ਼ਿਸ਼ ਬੰਦ ਕਰ ਦੇਵੇ। ਉਹਨਾਂ ਕਿਹਾ ਸੀ ਕਿ ਫਲਸਤੀਨ 'ਚ ਸੁਧਾਰਾਂ ਬਾਰੇ ਉਹ ਉੱਥੋਂ ਦੇ ਰਾਸ਼ਟਰਪਤੀ ਨਾਲ ਵੀ ਗੱਲਬਾਤ ਕਰਨਗੇ, ਕਿਉਂਕਿ ਮਹਿਮੂਦ ਅੱਬਾਸ ਨੇ 2005 ਤੋਂ ਬਾਅਦ ਚੋਣਾਂ ਨਹੀਂ ਕਰਵਾਈਆਂ ਨੇ। ਉਧਰ ਗਾਜ਼ਾ ਦੀ ਕਰੀਬ 85% ਆਬਾਦੀ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੀ ਗਈ ਹੈ। ਇਜ਼ਰਾਈਲੀ ਫੌਜ ਨੂੰ ਮੱਧ ਅਤੇ ਦੱਖਣੀ ਇਲਾਕਿਆਂ 'ਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਫਾ ਦੇ ਪੱਛਮ 'ਚ 4 ਮੰਜ਼ਲਾ ਘਰ ਤੇ ਹਵਾਈ ਹਮਲੇ 'ਚ 14 ਫਲਸਤੀਨੀ ਮਾਰੇ ਗਏ, ਜਦਕਿ 20 ਹੋਰ ਜ਼ਖਮੀ ਹੋ ਗਏ ਨੇ। ਇਜ਼ਰਾਈਲ ਦੇ ਹਮਲੇ 'ਚ ਹੁਣ ਤੱਕ 23,200 ਫਲਸਤੀਨੀ ਮਾਰੇ ਜਾ ਚੁੱਕੇ ਨੇ, ਜਦਕਿ 58,000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਹਰ ਵਿਅਕਤੀ ਆਪਣੀ ਵਿੱਤੀ ਸਥਿਤੀ ਅਤੇ ਸਹੂਲਤ ਨੂੰ ਦੇਖਦੇ ਹੋਏ ਹੀ ਆਵਾਜਾਈ ਦੇ ਸਾਧਨ ਦੀ ਚੋਣ ਕਰਦਾ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਮੁਲਜ਼ਮ ਨੇ ਦਫ਼ਤਰ ਰੋਜ਼ਾਨਾ ਆਣਾ ਜਾਣਾ ਹੋਵੇ ਤਾਂ ਇਸ ਲਈ ਸਸਤਾ ਵਿਕਲਪ ਹੀ ਚੁਣਦਾ ਹੈ। ਕੁਝ ਲੋਕ ਆਪਣੇ ਵਾਹਨਾਂ ਤੇ ਦਫ਼ਤਰ ਜਾਂਦੇ ਨੇ, ਜਦਕਿ ਕੁਝ ਲੋਕ ਜਨਤਕ ਆਵਾਜਾਈ ਤੇ ਨਿਰਭਰ ਕਰਦੇ ਨੇ। ਸਾਡੇ ਦੇਸ਼ ਵਿੱਚ ਲੋਕ ਮੈਟਰੋ ਜਾਂ ਆਟੋ ਤੇ ਵੀ ਦਫ਼ਤਰ ਜਾਂਦੇ ਨੇ, ਪਰ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ ਕਿ ਕੋਈ ਵਿਅਕਤੀ ਰੋਜ਼ਾਨਾ ਹਵਾਈ ਜਹਾਜ਼ ਤੇ ਦਫ਼ਤਰ ਜਾਂਦਾ ਹੋਵੇ। ਆਮ ਤੌਰ ਤੇ ਲੋਕ ਦਫ਼ਤਰ ਜਾਣ ਲਈ ਮੈਟਰੋ, ਟ੍ਰੇਨ ਜਾਂ ਕੈਬ ਵਰਗੇ ਵਾਹਨਾਂ ਦੀ ਵਰਤੋਂ ਕਰਦੇ ਨੇ, ਪਰ ਵਾਲ ਸਟਰੀਟ ਜਰਨਲ ਦੇ ਇੱਕ ਰਿਪੋਰਟਰ ਚਿਪ ਕਟਰ ਨੇ ਇਹ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਹ ਦਫ਼ਤਰ ਜਾਣ ਲਈ ਹਰ ਰੋਜ਼ ਫਲਾਈਟ ਲੈਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਕਾਰਨ ਉਸ ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਸਗੋਂ ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਸਸਤਾ ਹੋ ਜਾਂਦਾ ਹੈ। ਰਿਪੋਰਟਰ ਚਿਪ ਕਟਰ ਨੇ ਦੱਸਿਆ ਕਿ ਉਹ ਨਿਊਯਾਰਕ ਵਿੱਚ ਕੰਮ ਕਰਨ ਲਈ ਹਫ਼ਤੇ ਵਿੱਚ 3 ਵਾਰ ਓਹੀਓ ਤੋਂ ਫਲਾਈਟ ਲੈਂਦਾ ਹੈ। ਇਸ ਦੇ ਲਈ ਉਹ ਸਵੇਰੇ 6 ਵਜੇ ਦੀ ਫਲਾਈਟ ਫੜਦਾ ਹੈ ਅਤੇ ਇਸ ਲਈ ਉਸ ਨੂੰ ਸਵੇਰੇ 4:15 ਵਜੇ ਦਾ ਅਲਾਰਮ ਲਗਾਉਣਾ ਪੈਂਦਾ ਹੈ। ਉਹ ਮਹਾਮਾਰੀ ਦੌਰਾਨ ਘਰ ਤੋਂ ਕੰਮ ਕਰ ਰਿਹਾ ਸੀ ਅਤੇ ਜਦੋਂ ਉਸਨੇ ਸਾਲ 2022 ਵਿੱਚ ਦਫ਼ਤਰ ਜਾਣਾ ਸੀ ਤਾਂ ਉਸਨੇ ਨਿਊਯਾਰਕ ਵਿੱਚ ਰਹਿਣ ਦੀ ਬਜਾਏ ਓਹੀਓ ਤੋਂ ਨਿਊਯਾਰਕ ਲਈ ਫਲਾਈਟ ਲੈਣੀ ਸ਼ੁਰੂ ਕਰ ਦਿੱਤੀ। ਦੋਵਾਂ ਸ਼ਹਿਰਾਂ ਵਿਚਕਾਰ ਦੂਰੀ 900 ਕਿਲੋਮੀਟਰ ਹੈ। ਹਾਲਾਂਕਿ ਇਸ ਨਾਲ ਉਹਨਾਂ ਦੀ ਨਿੱਜੀ ਜ਼ਿੰਦਗੀ ਜ਼ਰੂਰ ਪ੍ਰਭਾਵਿਤ ਹੋਈ ਹੈ। ਇਸ ਦੇ ਪਿੱਛੇ ਚਿਪ ਕਟਰ ਦਾ ਤਰਕ ਇਹ ਹੈ ਕਿ ਜੇਕਰ ਉਹ ਨਿਊਯਾਰਕ ਵਰਗੇ ਮਹਿੰਗੇ ਇਲਾਕੇ ਵਿੱਚ ਕੋਈ ਫਲੈਟ ਲੈ ਕੇ ਰਹਿੰਦਾ ਹੈ ਤਾਂ ਉਸ ਨੂੰ ਹਰ ਮਹੀਨੇ $3200 ਯਾਨੀ $2,65,581 ਖਰਚ ਕਰਨੇ ਪੈਣਗੇ। ਅਜਿਹੇ 'ਚ ਉਸ ਨੂੰ ਫਲੈਟ ਦੇ ਮੁਕਾਬਲੇ ਫਲਾਈਟ ਦਾ ਸਫ਼ਰ ਸਸਤਾ ਪੈਂਦਾ ਹੈ ਅਤੇ ਉਹ ਪੈਸੇ ਦੀ ਬਚਤ ਵੀ ਕਰ ਰਿਹਾ ਹੈ। ਪਹਿਲਾਂ ਉਹ ਮੈਨਹਟਨ ਦੇ ਇੱਕ ਉੱਚ ਕੋਟੀ ਦੇ ਹੋਟਲ ਵਿੱਚ ਠਹਿਰਦਾ ਸੀ ਜੋ ਕਿ ਉਸਦੇ ਦਫ਼ਤਰ ਦੇ ਨੇੜੇ ਸੀ, ਪਰ ਇੱਥੇ ਉਸ ਨੂੰ ਮੋਟਾ ਪੈਸਾ ਖਰਚ ਕਰਨਾ ਪੈਂਦਾ ਸੀ। ਉੱਥੇ ਹੀ ਉਸ ਦਾ ਖਾਣ ਪੀਣ ਵੀ ਪ੍ਰਭਾਵਿਤ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਟਿਕਟੌਕ ਯੂਜ਼ਰ ਸੋਫੀਆ ਸੈਲੈਂਟਾਨੋ ਨੇ ਵੀ ਦੱਸਿਆ ਸੀ ਕਿ ਉਹ ਜਹਾਜ਼ ਤੋਂ ਸਫ਼ਰ ਕਰਕੇ ਦਫ਼ਤਰ ਜਾਂਦੇ ਨੇ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਚੋਣਵੀਆਂ ਖਬਰਾਂ ਤੇ। ਆਪਣੀ ਜਮੈਕਾ ਯਾਤਰਾ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਜਸਟਿਨ ਟਰੂਡੋ, ਕੰਜ਼ਰਵੇਟਿਵਾਂ ਨੇ ਯਾਤਰਾ ਦੇ ਖਰਚਿਆਂ ਦੀ ਜਾਂਚ ਦੀ ਕੀਤੀ ਮੰਗ। ਅਮਰੀਕਾ ਦੀ ਮਿਸਾਲ ਦੇ ਕੇ ਜੈਸ਼ੰਕਰ ਨੇ ਕੈਨੇਡਾ ਤੇ ਸਾਧੇ ਨਿਸ਼ਾਨੇ। ਜੈਸ਼ੰਕਰ ਨੇ ਦੋਵੇਂ ਮੁਲਕਾਂ ਕੈਨੇਡਾ ਤੇ ਅਮਰੀਕਾ 'ਚ ਦੱਸਿਆ ਵੱਡਾ ਫਰਕ। ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਦੋਵੇਂ ਦੇਸ਼ਾਂ ਦੇ ਸਬੰਧ ਸੁਧਰਨ ਦੀ ਉਮੀਦ। ਹਾਈ ਕਮਿਸ਼ਨਰ ਨੇ ਕਿਹਾ ਤਣਾਅ ਦੇ ਬਾਵਜੂਦ ਭਾਰਤ ਕੈਨੇਡਾ ਦੇ ਰਣਨੀਤਿਕ ਹਿੱਤ ਸਹੀ ਦਿਸ਼ਾ 'ਚ। ਅਤੇ ਸਰਵਿਸ ਓਨਟਾਰੀਓ ਟਿਕਾਣਿਆਂ ਨੂੰ ਬੰਦ ਕਰਨ ਦੀ ਤਿਆਰੀ। ਇਸ ਸੰਬੰਧੀ ਡਗ ਫੋਰਡ ਸਰਕਾਰ ਚੁੱਕ ਰਹੀ ਹੈ ਵੱਡੇ ਕਦਮ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।